ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰਾਂ ਸੀ ਰਵਨਜੀਤ ਕੌਰ ਰਾਵੀ ਦੁਆਰਾ ਲਿਖੀ ਗਈ ਕਹਾਣੀ ਲੈ ਕੇ। ਆਓ ਆਪਾਂ ਸ਼ੁਰੂ ਕਰਦੇ ਹਾਂ। ਅੰਤਿਮ ਸੰਸਕਾਰ ਦੀ ਸਾਰੀ ਤਿਆਰੀ ਪੂਰੀ ਹੋ ਚੁੱਕੀ ਸੀ। ਅਚਾਨਕ ਵਿਰਲਾਪ ਕਰਦੀ ਹੋਈ ਬੰਤੋ ਅੰਦਰ ਵੜੀ। ਉਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਬੰਤੋ ਨਸੀਬ ਸਿੰਘ ਦੀ ਭੈਣ, ਜੋ ਨਸੀਬ ਦੀ ਗਰੀਬੀ ਕਾਰਨ ਉਸ ਦੇ ਬੋਲ ਚਾਲ ਛੱਡ ਗਈ ਸੀ। ਨਸੀਬ ਸਿੰਘ ਆਪਣੇ ਪਿੱਛੇ ਆਪਣੀ ਧਰਮ ਪਤਨੀ ਤੇ 5 ਧੀਆਂ ਤੇ ਇੱਕ ਪੁੱਤ ਛੱਡ ਗਿਆ ਸੀ। ਸਾਰੇ ਹੁਣ ਦਲੀਪ ਬਾਰੇ ਹੀ ਗੱਲਾਂ ਕਰਦੇ ਸੀ ਕਿ ਦਲੀਪ ਦੇ ਸਿਰ ਬਹੁਤ ਭਾਰੀ ਜ਼ਿੰਮੇਵਾਰੀ ਪੈ ਗਈ ਆ। ਫਿਰ ਜਦੋਂ ਬੰਤੋ ਨੂੰ ਆਇਆਂ ਦੇਖਿਆ ਤਾਂ ਕੁਝ ਲੋਕ ਕਹਿਣ ਲੱਗੇ, ਸ਼ਾਇਦ ਹੁਣ ਬੰਤੋ ਦਲੀਪ ਉਹਨਾਂ ਦੀ ਮਦਦ ਕਰੂਗੀ। ਸੰਸਕਾਰ ਹੋਣ ਤੋਂ ਬਾਅਦ ਭਾਈਚਾਰੇ ਦੇ ਲੋਕ ਘਰ ਆ ਗਏ। ਬੰਤੋ ਕੋਲ ਉਸਦੇ ਭਰਾ ਦੀ ਮੌਤ ਦਾ ਅਫਸੋਸ ਕਰਨ ਲੱਗੇ ਤਾਂ ਬੰਤੋ ਨੇ ਕਿਹਾ ਕਿ ਹੁਣ ਸਭ ਭਾਈਚਾਰਾ ਬੈਠਾ ਹੈ, ਹੁਣ ਵੀਰਾ ਵੀ ਦੁਨੀਆ ਤੇ ਨਹੀਂ ਰਿਹਾ, ਇਸ ਲਈ ਮੈਨੂੰ ਮੇਰਾ ਹਿੱਸਾ ਦਿੱਤਾ ਜਾਵੇ। ਬੰਤੋ ਦੀ ਇਹ ਗੱਲ ਸੁਣ ਕੇ ਸਭ ਇੱਕਦਮ ਦਗ ਰਹਿ ਗਏ, ਜਿਵੇਂ ਸਭ ਨੂੰ ਸੱਪ ਸੁੰਘ ਗਿਆ ਹੋਵੇ। ਭਾਈਚਾਰੇ ਦੇ ਲੋਕਾਂ ਨੇ ਬੰਤੋ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ, ਭੈਣੇ ਬੰਤੋ, ਸੁਣ ਸਾਡੀ ਗੱਲ, ਤੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਹੈ, ਹੁਣ ਤੂੰ ਦਲੀਪ ਬਾਰੇ ਸੋਚ। ਬੱਚੜੇ ਦੀ ਹਜੇ ਉਮਰ ਹੀ ਕੀ ਆ ਤੇ ਉਸਦੇ ਸਿਰ ਤੇ ਜ਼ਿੰਮੇਵਾਰੀ ਵੱਡੀ ਪੈ ਗਈ। 5 ਭੈਣਾਂ ਹੈ, ਤੇਰੇ ਭਾਬੀ ਹੈ, ਜਰਾ ਸੋਚ ਸਮਝ ਕੇ ਫੈਸਲਾ ਲੈ। ਇਹਨਾਂ ਕੋਲ ਕਿਹੜਾ ਬਹੁਤਾ ਹੈ ਜਿਸ ਵਿੱਚੋਂ ਤੂੰ ਹਿੱਸਾ ਮੰਗਦੀ ਆ? ਲੱਭ ਪਾ ਕੇ 1 ਕਿੱਲਾ ਹੀ ਆ, ਉਸ ਵਿੱਚ ਤੂੰ ਆਪਣਾ ਹਿੱਸਾ ਲੈ ਲਵੇਂਗੀ ਤਾਂ ਦਲੀਪ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰੇਗਾ? ਪਰ ਬੰਤੋ ਨੇ ਕਿਸੇ ਦੀ ਗੱਲ ਨਾ ਸੁਣੀ ਤੇ ਨਾ ਹੀ ਇਹ ਸੋਚਿਆ ਕਿ ਹਜੇ ਤਾਂ ਨਸੀਬ ਦੀ ਦੇਹ ਦਾ ਸੰਸਕਾਰ ਹੀ ਕਰਕੇ ਆਏ ਹਾਂ। ਫਿਰ ਇੱਕ ਸਿਆਣੇ ਬੰਦੇ ਨੇ ਕਿਹਾ, ਚੰਗਾ ਬੰਤੋ, ਜੇ ਤੂੰ ਆਪਣਾ ਹਿੱਸਾ ਲੈਣਾ ਹੈ ਤਾਂ ਨਸੀਬ ਸਿਆਂ ਦੀ ਆਖਰੀ ਅਰਦਾਸ ਦੇ 5 ਦਿਨ ਬਾਅਦ ਆਈ। ਆਖਰੀ ਅਰਦਾਸ ਦੇ 5 ਦਿਨ ਬਾਅਦ ਬੰਤੋ ਆਈ ਤੇ ਆਪਣਾ ਹਿੱਸੇ ਦੀ ਮੰਗ ਕੀਤੀ। ਪਿੰਡ ਦੀ ਪੰਚਾਇਤ ਇਕੱਠੀ ਹੋਈ। ਦਲੀਪ ਤੇ ਦਲੀਪ ਦੀ ਮਾਂ ਨੂੰ ਬੁਲਾਇਆ ਗਿਆ ਤੇ ਬੰਤੋ ਦੁਆਰਾ ਹਿੱਸੇ ਦੀ ਮੰਗ ਬਾਰੇ ਦੱਸਿਆ ਗਿਆ। ਦਲੀਪ ਤੇ ਉਸਦੀ ਮਾਂ ਨੇ ਕਿਹਾ ਕਿ ਤੁਸੀਂ ਵੱਡੇ ਹੋ, ਜੋ ਵੀ ਫੈਸਲਾ ਕਰੋਗੇ ਸਾਨੂੰ ਮਨਜ਼ੂਰ ਹੋਵੇਗਾ। ਪੰਚਾਇਤ ਨੇ ਬੰਤੋ ਦਾ ਹਿੱਸਾ ਦੇ ਦਿੱਤਾ। ਬੰਤੋ ਨੇ ਆਪਣਾ ਹਿੱਸਾ ਲਿਆ ਤੇ ਉੱਥੋਂ ਚਲੀ ਗਈ। ਉਸਨੇ ਇੱਕ ਵਾਰ ਵੀ ਆਪਣੀ ਭਰਜਾਈ, ਆਪਣੇ ਭਤੀਜੇ ਦਲੀਪ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਤੇ ਨਾ ਹੀ ਕੋਈ ਦੁੱਖ ਸੁੱਖ ਕੀਤਾ। ਕੁਝ ਦਿਨਾਂ ਬਾਅਦ ਬੰਤੋ ਨੇ ਆਪਣਾ ਹਿੱਸਾ ਆਪਣੇ ਸ਼ਰੀਕਾਂ ਨੂੰ ਵੇਚ ਦਿੱਤਾ। ਹੁਣ ਇਹ ਸੁਣ ਦਲੀਪ ਮਾਂ ਨੂੰ ਬਹੁਤ ਗਹਿਰਾ ਸਦਮਾ ਲੱਗਿਆ, ਜਿਸ ਨਾਲ ਉਹ ਬਿਮਾਰ ਰਹਿਣ ਲੱਗੀ ਤੇ ਹੌਲੀ-ਹੌਲੀ ਉਸਨੇ ਮੰਜਾ ਫੜ ਲਿਆ। ਦਲੀਪ ਦੀ ਜ਼ਿੰਮੇਵਾਰੀ ਹੋਰ ਵੱਧ ਗਈ। ਦਲੀਪ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਕਿਉਂਕਿ ਘਰ ਦੀ ਜ਼ਿੰਮੇਵਾਰੀਆਂ ਉਹ ਤਾਂ ਪੂਰੀਆਂ ਕਰ ਸਕਦਾ ਸੀ। ਹੁਣ ਦਲੀਪ ਕੋਲ ਅੱਧਾ ਕਿੱਲਾ, 3-4 ਮੱਝਾਂ ਸਨ। ਦਲੀਪ ਪੂਰੀ ਸਖਤ ਮਿਹਨਤ ਕਰਦਾ। ਉਸ ਦੀਆਂ ਭੈਣਾਂ ਵੀ ਲੋਕਾਂ ਦੇ ਕੱਪੜੇ ਸਿਉਂਦੀਆਂ, ਮੱਝਾਂ ਦਾ ਦੁੱਧ ਵੇਚਦੀਆਂ। ਦਲੀਪ ਤੇ ਦਲੀਪ ਦੀਆਂ ਭੈਣਾਂ ਰਲ ਕੇ ਘਰ ਨੂੰ ਸੰਭਾਲ ਲਿਆ ਤੇ ਆਪਣੀ ਮਾਂ ਦੀ ਵੀ ਦੇਖਭਾਲ ਚੰਗੀ ਤਰ੍ਹਾਂ ਕਰਦੇ। ਸਮਾਂ ਆਪਣੀ ਚਾਲ ਚੱਲਿਆ। ਹੁਣ ਲੋਕਾਂ ਨੇ ਦਲੀਪ ਨੂੰ ਆਪਣੀਆਂ ਭੈਣਾਂ ਦਾ ਵਿਆਹ ਕਰਨ ਲਈ ਕਹਿਣ ਲੱਗੇ। ਦਲੀਪ ਵੀ ਹੁਣ ਚਿੰਤਾ ਵਿੱਚ ਰਹਿਣ ਲੱਗਿਆ। ਦਲੀਪ ਨੇ ਪਿੰਡ ਦੇ ਕੁਝ ਸਿਆਣੇ ਬੰਦਿਆਂ ਨੂੰ ਆਪਣੀ ਭੈਣਾਂ ਦੇ ਰਿਸ਼ਤੇ ਲਈ ਕਿਹਾ ਕਿ ਚੰਗੇ ਪਰਿਵਾਰ ਦਾ ਕੋਈ ਰਿਸ਼ਤਾ ਹੋਇਆ ਤਾਂ ਜ਼ਰੂਰ ਦੱਸ ਪਾਉਣ। ਦਲੀਪ ਦੀਆਂ ਭੈਣਾਂ ਇੱਜ਼ਤਦਾਰ ਤੇ ਮਿਹਨਤ ਹੋਣ ਕਾਰਨ ਉਹਨਾਂ ਲਈ ਜਲਦੀ ਰਿਸ਼ਤੇ ਆਉਣ ਲੱਗੇ। ਦਲੀਪ ਨੇ ਸਭ ਨੂੰ ਹੀ ਪਹਿਲਾਂ ਕਹਿ ਰੱਖਿਆ ਸੀ ਕਿ ਉਹ ਗਰੀਬ ਹੈ, ਉਸਨੇ ਆਪਣੀ ਹੈਸੀਅਤ ਅਨੁਸਾਰ ਹੀ ਬਰਾਤ ਦੀ ਸੇਵਾ ਕਰ ਸਕਦਾ ਹੈ। ਜਿੰਨਾ ਉਸਦੇ ਹੱਥ ਵਿੱਚ ਉਹ ਉਹਨਾਂ ਗਰੀਬੀ ਦਾਅਵੇ ਦਾ ਆਪਣੀਆਂ ਭੈਣਾਂ ਨੂੰ ਦੇਵੇਗਾ। ਪਿੰਡ ਵਾਲਿਆਂ ਦੇ ਸਹਿਯੋਗ ਤੇ ਰੱਬ ਦੀ ਕਿਰਪਾ ਨਾਲ ਦਲੀਪ ਦੀਆਂ 5 ਹੀ ਭੈਣਾਂ ਦਾ ਵਿਆਹ ਇੱਜ਼ਤਦਾਰ ਪਰਿਵਾਰ ਵਿੱਚ ਹੋ ਗਿਆ। ਦਲੀਪ ਮਿਹਨਤੀ ਹੋਣ ਕਰਕੇ ਪਿੰਡ ਵਾਲਿਆਂ ਨੇ ਉਸ ਦਾ ਵੀ ਵਿਆਹ ਇੱਕ ਸਮਝਦਾਰ ਤੇ ਸੂਝਵਾਨ ਕੁੜੀ ਨਾਲ ਕਰ ਦਿੱਤਾ, ਜਿਸ ਨੇ ਦਲੀਪ ਦਾ ਬਹੁਤ ਸਾਥ ਦਿੱਤਾ ਤੇ ਦਲੀਪ ਦੇ ਘਰ-ਬਾਰ ਨੂੰ ਚੰਗੀ ਤਰ੍ਹਾਂ ਸੰਭਾਲ ਲਿਆ ਤੇ ਦਲੀਪ ਦੀ ਮਾਂ ਦੀ ਵੀ ਦਿਲੋਂ ਸੇਵਾ ਕਰਦੀ। ਹੁਣ ਦਲੀਪ ਦੇ ਘਰ 2 ਜੁੜਵਾ ਬੱਚਿਆਂ ਨੇ ਜਨਮ ਲਿਆ, ਇੱਕ ਕੁੜੀ ਤੇ ਇੱਕ ਮੁੰਡੇ ਨੇ। ਦਲੀਪ ਬਹੁਤ ਖੁਸ਼ ਸੀ। ਦਲੀਪ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ। ਦਲੀਪ ਪਰ ਕਿਸੇ ਨੂੰ ਕਹਿੰਦਾ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਬਹੁਤ ਵੱਡੀ ਨੌਕਰੀ ਦੇ ਲਗਾਊ। ਜੋ ਸਦਨਾਂ ਰੀਝਾਂ ਮੈਂ ਆਪਣੀਆਂ ਤੇ ਆਪਣੀਆਂ ਭੈਣਾਂ ਦੀਆਂ ਪੂਰੀਆਂ ਨਾ ਕਰ ਸਕਿਆ, ਪਰ ਆਪਣੇ ਬੱਚਿਆਂ ਦੀਆਂ ਪੂਰੀਆਂ ਜ਼ਰੂਰ ਕਰੂੰਗਾ। ਦਲੀਪ ਨੇ ਆਪਣੇ ਪੁੱਤਰ ਦਾ ਨਾਮ ਰਤਨ ਤੇ ਆਪਣੀ ਧੀ ਦਾ ਨਾਮ ਰੌਸ਼ਨੀ ਰੱਖਿਆ। ਦਲੀਪ ਆਪਣੇ ਬੱਚਿਆਂ ਦੀ ਹਰ ਰੀਝ ਪੂਰੀ ਕਰਨ ਲਈ ਦਿਨ ਰਾਤ ਮਿਹਨਤ ਕਰਦਾ ਸੀ। ਇੱਕ ਦਿਨ ਰਤਨ ਸੜਕ ਤੇ ਖੇਡ ਰਿਹਾ ਸੀ ਕਿ ਅਚਾਨਕ ਇੱਕ ਤੇਜ਼ ਰਫ਼ਤਾਰ ਨਾਲ ਆਉਂਦੀ ਗੱਡੀ ਨੇ
ਉਸ ਨੂੰ ਆਪਣਾ ਸ਼ਿਕਾਰ ਬਣਾ ਲਿਆ। ਰਤਨ ਦੀ ਮੌਤ ਮੌਕੇ ਤੇ ਹੀ ਹੋ ਗਈ। ਰਤਨ ਹਜੇ 4 ਕੁ ਸਾਲ ਦਾ ਸੀ। ਰਤਨ ਦੀ ਮੌਤ ਦੇ ਸਦਮੇ ਵਿੱਚ ਦਲੀਪ ਦੀ ਮਾਂ ਵੀ ਉਸ ਸਮੇਂ ਆਪਣੇ ਪ੍ਰਾਣ ਤਿਆਗ ਗਈ। ਦਲੀਪ ਦੇ ਘਰ ਇੱਕ ਦਿਨ ਵਿੱਚ ਹੀ 2 ਮੌਤਾਂ ਹੋ ਗਈਆਂ। ਸਾਰੇ ਪਿੰਡ ਵਿੱਚ ਸੋਗ ਛਾ ਗਿਆ। ਦਲੀਪ ਤਾਂ ਅੰਦਰੋਂ ਹੀ ਟੁੱਟ ਚੁੱਕਾ ਸੀ। ਦਲੀਪ ਦੀ ਪਤਨੀ ਤੇ ਪਿੰਡ ਵਾਲਿਆਂ ਨੇ ਦਲੀਪ ਨੂੰ ਹੌਸਲਾ ਦਿੱਤਾ। ਹੁਣ ਦਲੀਪ ਚੁੱਪ-ਚੁੱਪ ਰਹਿਣ ਲੱਗਿਆ। ਕਿਸੇ ਨਾਲ ਵੀ ਬਹੁਤੀ ਗੱਲ ਨਹੀਂ ਸੀ ਕਰਦਾ। ਕੇਵਲ ਆਪਣੀ ਧੀ ਰੌਸ਼ਨੀ ਨਾਲ ਹੀ ਜ਼ਿਆਦਾ ਸਮਾਂ ਕੱਟਦਾ ਸੀ। ਦਲੀਪ ਦੀ ਧੀ ਰੌਸ਼ਨੀ ਹੁਣ ਸਕੂਲ ਜਾਣ ਲੱਗ ਪਈ। ਦਲੀਪ ਹੁਣ ਰੌਸ਼ਨੀ ਦੀ ਸਕੂਲ ਸਾਹਮਣੇ ਬੈਠਾ ਰਹਿੰਦਾ। ਜਿੰਨਾ ਸਮਾਂ ਰੌਸ਼ਨੀ ਸਕੂਲ ਵਿੱਚ ਰਹਿੰਦੀ, ਹੁਣ ਦਲੀਪ ਦੀ ਪਤਨੀ ਤੇ ਪਿੰਡ ਵਾਲਿਆਂ ਨੂੰ ਦਲੀਪ ਦੀ ਚਿੰਤਾ ਹੋਣ ਲੱਗ ਪਈ। ਸਭ ਨੇ ਦਲੀਪ ਨੂੰ ਇਕੱਠੇ ਬੈਠ ਕੇ ਸਮਝਾਉਣ ਲੱਗੇ ਤੇ ਦਲੀਪ ਨੂੰ ਕਹਿਣ ਲੱਗੇ ਕਿ ਹੁਣ ਉਹ ਦੁੱਖ ਵਿੱਚੋਂ ਬਾਹਰ ਨਿਕਲੇ ਤੇ ਆਪਣੀ ਧੀ ਰੌਸ਼ਨੀ ਬਾਰੇ ਸੋਚੇ। ਦਲੀਪ ਨੇ ਸਭ ਨੂੰ ਕਿਹਾ ਕਿ ਮੈਂ ਆਪਣੀ ਧੀ ਲਈ ਕੁਝ ਵੀ ਕਰਾਂਗਾ। ਦਲੀਪ ਦਾ ਹੁਣ ਇੱਕੋ ਇੱਕ ਸਦਰ ਸੀ, ਰੌਸ਼ਨੀ ਨੂੰ IAS ਬਣਿਆ ਵੇਖਣ ਦੀ। ਰੌਸ਼ਨੀ ਦਲੀਪ ਤੇ ਉਸਦੀ ਪਤਨੀ ਹੋਰਾਂ ਦਾ ਹੀ ਨਹੀਂ, ਸਾਰੇ ਪਿੰਡ ਵਾਲਿਆਂ ਦੀਆਂ ਅੱਖ ਦਾ ਤਾਰਾ ਸੀ। ਹਮੇਸ਼ਾ ਅਵਲ ਰਹਿੰਦੀ ਸੀ। ਰੌਸ਼ਨੀ ਸੋਹਣੀ ਸੁਨੱਖੀ ਜਿਵੇਂ ਕੋਈ ਮੋਮ ਦਾ ਪੁਤਲਾ ਹੋਵੇ। ਪਿੰਡ ਦੇ ਮਾਪੇ ਆਪਣੇ ਬੱਚਿਆਂ ਨੂੰ ਉਦਾਹਰਣ ਵੀ ਦਿੰਦੇ ਤਾਂ ਰੌਸ਼ਨੀ ਦੀ ਕਿਤੇ ਸਿਰ ਝੁਕ ਨਹੀਂ ਵੇਖਿਆ ਸੀ ਉਸਨੇ। ਸਕੂਲ ਤੋਂ ਕਾਲਜ ਅੱਪੜ ਗਈ ਸੀ, ਪਰ ਅਜੇ ਤੱਕ ਕੋਈ ਸਹੇਲੀ ਵੀ ਨਹੀਂ ਬਣਾਈ ਸੀ। ਕਿਤਾਬਾਂ ਵਿੱਚ ਹੀ ਗੁੰਮ ਰਹਿੰਦੀ ਸੀ ਸਦਾ। ਆਵਾਜ਼ ਤਾਂ ਜਿਵੇਂ ਉਸਦੇ ਮੂੰਹ ਵਿੱਚ ਹੈ ਹੀ ਨਹੀਂ ਸੀ। ਸਿਰ ਤੋਂ ਦੁਪੱਟਾ ਕਦੇ ਹੇਠਾਂ ਨਹੀਂ ਸੀ ਵੇਖਿਆ। ਬੜੀ ਹੀ ਨੇਕ ਬੀਬੀ ਤੇ ਸੁੰਗੜ ਕੁੜੀ ਸੀ ਰੌਸ਼ਨੀ। ਦਲੀਪ ਦੇ ਨਾਲ-ਨਾਲ ਪੂਰੇ ਪਿੰਡ ਨੂੰ ਰੌਸ਼ਨੀ ਤੇ ਮਾਣ ਸੀ। ਦਲੀਪ ਆਪਣੀ ਧੀ ਰੌਸ਼ਨੀ ਨਾਲ ਬਹੁਤ ਪਿਆਰ ਕਰਦਾ ਸੀ। ਉਸ ਦੀ ਹਰ ਰੀਝ ਪੂਰੀ ਕਰਦਾ। ਦਲੀਪ ਆਪ ਬਿਲਕੁਲ ਸਾਦਾ ਜੀਵਨ ਬਤੀਤ ਕਰਦਾ। ਦਲੀਪ ਕੋਲ ਕੇਵਲ ਇੱਕ ਪੁਰਾਣੀ ਸਾਈਕਲ ਹੀ ਸੀ। ਕਿਤੇ ਸਕੂਟਰ, ਮੋਟਰਸਾਈਕਲ ਦੀ ਤਾਂਘ ਵੀ ਦਿਲ 'ਚ ਨਹੀਂ ਸੀ। ਇੱਕ ਹੀ ਤਾਂਘ ਸੀ ਰੌਸ਼ਨੀ ਨੂੰ IAS ਬਣਿਆ ਵੇਖਣ ਦੀ। ਅੱਜ ਦਲੀਪ ਪਰੇਸ਼ਾਨ ਹੈ। ਰਾਤ ਦੇ 8 ਵੱਜ ਗਏ। ਰੌਸ਼ਨੀ ਸਵੇਰ ਦੀ ਕਾਲਜ ਗਈ, ਘਰੇ ਨਹੀਂ ਪਰਤੀ। ਬੱਚਿਆਂ ਦੇ ਨਾਂ ਤੇ ਬਸ ਇੱਕੋ ਇੱਕ ਧੀ ਰੌਸ਼ਨੀ ਹੀ ਤਾਂ ਸੀ ਦਲੀਪ ਕੋਲ, ਜਿਸ ਨਾਲ ਉਹ ਸਭ ਤੋਂ ਜ਼ਿਆਦਾ ਪਿਆਰ ਕਰਦਾ। ਪੂਰਾ ਪਿੰਡ ਰੌਸ਼ਨੀ ਦੀ ਭਾਲ ਵਿੱਚ ਲੱਗਿਆ ਹੋਇਆ ਸੀ। ਪਿੰਡ ਦੇ ਸਰਪੰਚ ਨੇ ਵੀ ਆਪਣੇ ਇੱਕ ਡਿਪਟੀ ਮਿੱਤਰ ਨੂੰ ਮਦਦ ਲਈ ਫੋਨ ਕੀਤਾ। ਸਾਰੇ ਦਲੀਪ ਨੂੰ ਸਬਰ ਰੱਖਣ ਲਈ ਕਹਿ ਰਹੇ ਸੀ। ਦਲੀਪ ਦੀਆਂ ਅੱਖਾਂ ਦੇ ਹੰਝੂ ਕਿੱਥੋਂ ਰੁਕਣ ਦਾ ਨਾਂ ਨਹੀਂ ਸੀ ਲੈ ਰਹੇ। ਪਰ ਅਚਾਨਕ ਫੋਨ ਦੀ ਘੰਟੀ ਨੇ ਸਭ ਦਾ ਧਿਆਨ ਖਿੱਚ ਲਿਆ। ਰੌਸ਼ਨੀ ਦਾ ਹੀ ਫੋਨ ਸੀ। ਦਲੀਪ ਦੀ ਪਤਨੀ ਨੇ ਫੋਨ ਚੁੱਕਿਆ। ਮੰਮੀ ਜੀ, ਮੈਨੂੰ ਮਾਫ਼ ਕਰਨਾ, ਮੈਂ ਰਣਜੀਤ ਬਿਨਾਂ ਨਹੀਂ ਜੀ ਸਕਦੀ। ਜੇਕਰ ਪਾਪਾ ਨੂੰ ਕਹਿੰਦੀ ਤਾਂ ਉਹਨਾਂ ਰਾਜੀ ਨਹੀਂ ਸੀ ਹੋਣਾ। ਅਸੀਂ ਦੋਵੇਂ ਚੰਡੀਗੜ੍ਹ ਜਾ ਕੇ ਵਿਆਹ ਕਰ ਰਹੇ ਹਾਂ। ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰੋ। ਪਾਪਾ ਨੂੰ ਕਹਿਣਾ ਮੈਨੂੰ ਮਾਫ਼ ਕਰ ਦੇਣ। ਇਹ ਸੁਣ ਕੇ ਦਲੀਪ ਦੀ ਪਤਨੀ ਦੇ ਹੱਥੋਂ ਫੋਨ ਛੁੱਟ ਕੇ ਹੇਠਾਂ ਡਿੱਗ ਪਿਆ। ਰੌਸ਼ਨੀ ਨੇ ਇੱਕ ਵਾਰ ਵੀ ਆਪਣੇ ਪਿਤਾ ਦਲੀਪ ਦਾ ਹਾਲ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ। ਰੌਸ਼ਨੀ ਦੀ ਗੱਲ ਸੁਣਦੇ ਸਾਰ ਹੀ ਦਲੀਪ ਨੂੰ ਦਿਲ ਦਾ ਦੌਰਾ ਪੈ ਗਿਆ। ਉਹ ਤੜਫ ਕੇ ਜ਼ਮੀਨ ਤੇ ਡਿੱਗ ਗਿਆ। ਪਿੰਡ ਵਾਲਿਆਂ ਨੇ ਦਲੀਪ ਨੂੰ ਹਸਪਤਾਲ ਲੈ ਦੌੜੇ। ਸਰਪੰਚ ਨੇ ਦਲੀਪ ਦਾ ਹੱਥ ਆਪਣੇ ਹੱਥ ਵਿੱਚ ਲੈਂਦਾ ਧਰਵਾਸ ਦਿੰਦਿਆਂ ਕਿਹਾ, ਦਲੀਪ ਸਿਆਂ, ਕੋਈ ਗੱਲ ਨਹੀਂ, ਸਭ ਠੀਕ ਹੋ ਜਾਊ। ਚਲੋ ਆਪਣੀ ਰੌਸ਼ਨੀ ਹੈ ਤਾਂ ਠੀਕ ਠਾਕ, ਗਲਤੀ ਕਰ ਬੈਠੀ ਆ, ਨਿਆਣੀ ਤਾਂ ਹੈ ਅਜੇ। ਅੱਲੜਪੁਣੇ ਵਿੱਚ ਗਲਤੀ ਕਿਸ ਤੋਂ ਨਹੀਂ ਹੋ ਜਾਂਦੀ, ਤੁਸੀਂ ਦਿਲ 'ਤੇ ਨਾ ਲਾਓ। ਦਲੀਪ ਨੇ ਵਹਿੰਦੇ ਹੰਝੂਆਂ ਨਾਲ ਕਿਹਾ, ਸਰਪੰਚ ਜੀ, ਕੀ ਠੀਕ ਹੋ ਜਾਊ? ਇੱਕ ਵਾਰ ਉਹ ਮੈਨੂੰ ਪੁੱਛ ਤਾਂ ਲੈਂਦੀ, ਮੈਂ ਕਿੱਥੇ ਮਨਾ ਕਰਨਾ ਸੀ ਉਸਨੂੰ। ਰੌਸ਼ਨੀ ਮੇਰੀ ਤਾਂ ਜਿੰਦ ਜਾਨ ਹੈ। ਪਤਾ ਨਹੀਂ ਕਿਉਂ ਉਸਨੇ ਵਿਸ਼ਵਾਸ ਨਹੀਂ ਕੀਤਾ ਰੌਸ਼ਨੀ ਨੇ ਮੇਰੇ ਤੇ। ਕਿਉਂ ਰੌਸ਼ਨੀ ਪਹਿਚਾਨ ਨਾ ਸਕੀ ਮੈਨੂੰ ਤੇ ਮੇਰੀਆਂ ਸਦਰਾਂ ਰੀਝਾਂ ਨੂੰ। ਮੇਰਾ ਸੁਪਨਾ ਤਾਂ ਉਸਨੂੰ ਉੱਚੇ ਅਹੁਦੇ ਤੇ ਵੇਖਣ ਦਾ ਸੀ ਕਿ ਉਸਦੇ ਪਰਤਨ ਆਉਣ ਨਾਲ ਮੇਰੀਆਂ ਸਦਰਾਂ ਵਾਪਸ ਆ ਜਾਣਗੀਆਂ, ਜਿਨ੍ਹਾਂ ਦਾ ਉਹ ਮਰਜਾਣੀ ਕਤਲ ਕਰ ਗਈ। ਕਿ ਹੁਣ ਰੌਸ਼ਨੀ ਦਾ ਪਿਤਾ ਮੈਂ ਸਿਰ ਚੁੱਕ ਕੇ ਤੁਰ ਸਕਾਂਗਾ ਸਮਾਜ ਵਿੱਚ। ਕਿੰਨੇ ਸਾਲਾਂ ਤੋਂ ਸੁਪਨਾ ਸਜੋਈ ਬੈਠਾ ਸੀ ਉਸਨੂੰ ਡਿਪਟੀ ਬਣਿਆ ਵੇਖਣ ਦਾ, ਤੇ ਸੋਚਦਾ ਸੀ ਮੇਰਾ ਸਿਰ ਉੱਚਾ ਕਰੇਗੀ ਪੂਰੇ ਪਿੰਡ ਵਿੱਚ। ਪਰ ਉਸ ਮਰ ਜਾਣੀ ਇੱਕ ਵਾਰ ਵੀ ਨਹੀਂ ਸੋਚਿਆ ਆਪਣੀ ਸਦਰ ਪੂਰੀ ਕਰਨ ਪਿੱਛੇ ਆਪਣੇ ਬਾਪ ਦੀਆਂ ਸਦਰਾਂ ਦਾ ਕਤਲ ਕਰ ਗਈ। ਇਹਨਾਂ ਕਹਿੰਦਾ ਦਲੀਪ ਦਾ ਹੱਥ ਸਰਪੰਚ ਦੇ ਹੱਥੋਂ ਛੁੱਟ ਜਾਂਦਾ ਹੈ ਤੇ ਸਰਪੰਚ ਦੇ ਕੁਝ ਕਹਿਣ ਤੋਂ ਪਹਿਲਾਂ ਦਲੀਪ ਬਹੁਤ ਦੂਰ ਜਾ ਚੁੱਕਿਆ ਸੀ, ਆਪਣੇ ਮਨ ਵਿੱਚ ਸਮਾਈ ਆਪਣੀਆਂ ਕਤਲ ਹੋਈਆਂ ਸਦਰਾਂ ਨੂੰ ਲੈ ਕੇ। ਰੌਸ਼ਨੀ ਨੂੰ ਜਦੋਂ ਆਪਣੇ ਪਿਤਾ ਦੀ ਮੌਤ ਦੀ ਖਬਰ ਮਿਲੀ ਤਾਂ ਉਹ ਪਿੰਡ ਵਾਪਸ ਆ ਗਈ। ਜਦੋਂ ਰੌਸ਼ਨੀ ਨੇ ਆਪਣੇ ਘਰ ਦੇ ਦਰਵਾਜ਼ੇ ਅੰਦਰ ਪੈਰ ਰੱਖਿਆ ਹੀ ਸੀ ਤਾਂ ਉਸਦੀ ਮਾਂ ਕਹਿ ਰਹੀ ਸੀ, ਹੁਣ ਕੀ ਕਰਨ ਆਈ ਆ?
ਚਲੀ ਜਾ ਇੱਥੋਂ, ਆਪਣੇ ਪਿਓ ਨੂੰ ਖਾ ਕੇ ਵੀ ਤੇਰੀ ਭੁੱਖ ਨਹੀਂ ਮਿਟੀ ਅਜੇ। ਇੰਨਾ ਸੁਣ ਰੋਸ਼ਨੀ ਉੱਚੀ ਉੱਚੀ ਰੋਣ ਲੱਗਦੀ ਆ ਤੇ ਉਸ ਲਈ ਉਹ ਘਰ ਦਾ ਬੂਹਾ ਹਮੇਸ਼ਾ ਲਈ ਬੰਦ ਹੋ ਜਾਂਦਾ ਹੈ। ਧੰਨਵਾਦ ਜੀ। ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਸਟੋਰੀ ਮੇਲ ਦੇ ਨਾਲ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੁਹਾਨੂੰ ਅੱਜ ਦੀ ਕਹਾਣੀ ਕਿਵੇਂ ਲੱਗੀ। ਧੰਨਵਾਦ ਜੀ।